ਅਸੀਂ ਅਗਨੀਕੁੰਡ ਨਾਟਕ ਕਰ ਰਹੇ ਸੀ। ਅਗਨੀਕੁੰਡ ਨਾਟਕ ਦੇ 6 ਅੰਕ ਆ, 4 ਅੰਕ ਅਸੀਂ ਕਰ ਚੁੱਕੇ ਹਾਂ। ਪਹਿਲੀਆਂ ਵੀਡੀਓ ਤੁਸੀਂ ਸਾਡੀਆਂ ਦੇਖ ਲਿਓ, ਪਲੇਲਿਸਟ ਬਣ ਚੁੱਕੀ ਹੈ ਅਗਨੀਕੁੰਡ ਦੀ। ਅਗਨੀਕੁੰਡ ਨਾਟਕ ਡਾਕਟਰ ਸਵਰਾਜਵੀਰ ਜੀ ਦਾ ਲਿਖਿਆ ਹੋਇਆ ਹੈ। 4 ਅੰਕ ਅਸੀਂ ਕਰ ਚੁੱਕੇ ਹਾਂ। ਅੱਜ ਅਸੀਂ 5ਵਾਂ ਅੰਕ ਕਰਾਂਗੇ, ਜਿਹਦੇ ਵਿੱਚ 4 ਦ੍ਰਿਸ਼ ਨੇ। 5ਵੇਂ ਅੰਕ ਵਿੱਚ 4 ਦ੍ਰਿਸ਼ ਨੇ। ਪਹਿਲਾ ਦ੍ਰਿਸ਼ ਕਰਾਂਗੇ। ਚੌਥੇ ਅੰਕ ਵਿੱਚ ਕੀ ਸੀ? ਜਨਮੇਜਯ ਰਾਜਗੱਦੀ ਤੇ ਬੈਠਦਾ ਵਾ ਤੇ ਉਸਦਾ ਵਿਆਹ ਕਸ਼ਿਜੇ ਨਾਲ ਹੋ ਜਾਂਦਾ ਵਾ। ਠੀਕ ਹੈ। ਪਹਿਲਾ ਦ੍ਰਿਸ਼, ਨਿਮਲ ਤੇ ਪਰਿਕਰਸ਼ਿਤ ਦਾ ਪੁੱਤਰ ਜਨਮੇਜਯ ਜਿਹੜਾ ਵਾ ਉਹ ਰਾਜਗੱਦੀ ਤੇ ਬੈਠਦਾ ਵਾ। ਮੰਤਰੀ ਤੇ ਮਹਾਮੰਤਰੀ ਆਉਂਦੇ, ਜਨਮੇਜਯ ਨੂੰ ਕਹਿੰਦੇ ਕਿ ਅਸੀਂ ਇੱਕ ਨਵਾਂ ਨਗਰ ਵਸਾਉਣਾ ਵਾ। ਕਿੱਥੇ ਵਸਾਉਣਾ ਵਾ? ਪੂਰਬੀ ਸੀਮਾ ਤੋਂ ਅਗਾਂਹ ਜਾ ਕੇ ਨਗਰ ਵਸਾਉਣਾ ਵਾ। ਠੀਕ ਹੈ। ਪੂਰਬੀ ਸੀਮਾ ਤੋਂ ਅਗਾਂਹ ਵਸਾਉਣਾ ਵਾ। ਤੇ ਜਨਮੇਜਯ ਕਹਿੰਦੇ ਨੇ ਉਸ ਨਗਰ ਦੀ ਖਾਸੀਅਤ ਕੀ ਆ, ਕਿਉਂ ਉੱਥੇ ਵਸਾਉਣਾ ਚਾਹੁੰਦੇ ਹੋ? ਮਹਾਮੰਤਰੀ ਕਹਿੰਦੇ ਆ ਕਿ ਉੱਥੋਂ ਦਾ ਇਲਾਕਾ ਬਹੁਤ ਉਪਜਾਊ ਆ। ਤੇ ਉਹ ਕਹਿੰਦੇ ਇਸ ਦੇ ਹੋਰ ਕੀ ਫਾਇਦੇ ਹੋਣਗੇ ਸਾਨੂੰ? ਜਨਮੇਜਯ ਕਹਿੰਦੀ ਉੱਥੇ ਫਲਦਾਰ ਰੁੱਖ ਨੇ, ਦਵਾਵਾਂ 'ਚ ਕੰਮ ਆਉਣ ਵਾਲੀਆਂ ਜੜੀ ਬੂਟੀਆਂ ਨੇ, ਧਾਤੂ ਮਿਲਣ ਦੀ ਵੀ ਆਸ ਹੈ। ਫਿਰ ਮਹਾਮੰਤਰੀ ਕਹਿੰਦੇ ਕਿ ਉੱਥੇ ਨਿਸ਼ਾਦ ਲੋਕ ਵੀ ਰਹਿੰਦੇ ਨੇ, ਨਾਗ ਲੋਕ ਵੀ ਰਹਿੰਦੇ ਨੇ ਤੇ ਕਿਰਾਤ ਲੋਕ ਵੀ ਰਹਿੰਦੇ ਨੇ। ਤੇ ਬਾਅਦ ਵਿੱਚ ਸੈਨਾਪਤੀ ਕਹਿੰਦਾ ਵਾ ਕਿ ਸਾਨੂੰ ਇਹ ਦੇਖਣਾ ਪਵੇਗਾ ਇੰਨੀ ਦੂਰ ਜੇ ਨਗਰ ਵਸਾਉਣਾ ਵਾ ਉੱਥੇ ਸੈਨਿਕ ਕਿਵੇਂ ਲੈ ਕੇ ਜਾਣੇ ਆ, ਸੈਨਿਕਾਂ ਨੂੰ ਕਿਵੇਂ ਲੈ ਕੇ ਜਾਣਾ ਵਾ, ਭੋਜਨ ਤੇ ਹਥਿਆਰ ਦਾ ਪ੍ਰਬੰਧ ਕਿਵੇਂ ਕਰਾਂਗੇ। ਇਸ ਤੋਂ ਬਾਅਦ ਜਨਮੇਜਯ ਕਹਿੰਦਾ ਵਾ ਕਿ ਜੇ ਇੰਨਾ ਕੁਝ ਹੀ ਸੋਚਣਾ ਵਾ ਤੇ ਇਹਦਾ ਸੁਪਨਾ ਹੀ ਕਿਉਂ ਲੈਂਦੇ ਹੋ? ਮਹਾਮੰਤਰੀ ਕਹਿੰਦਾ ਵਾ ਖਿਮਾ ਕਰਨਾ ਕਿ ਅਜੇ ਤੁਸੀਂ ਨਾਦਾਨ ਹੋ। ਮੀਨਸ ਕਿ ਜਨਮੇਜਯ ਨੂੰ ਨਾਦਾਨ ਕਹਿੰਦੇ ਨੇ, ਛੋਟਾ ਬੱਚਾ ਸਮਝਦੇ ਨੇ। ਇਹਦੇ ਵਿੱਚ ਜਨਮੇਜਯ ਆਪਣਾ ਅਪਮਾਨ ਸਮਝਦਾ ਕਿ ਮੰਤਰੀ ਤੇ ਸੈਨਾਪਤੀ ਮੈਨੂੰ ਨਾਦਾਨ ਸਮਝਦੇ ਨੇ। ਉਹਦੇ ਵਿੱਚ ਜਨਮੇਜਯ ਦੇ ਵਿੱਚ ਹੀਨ ਭਾਵਨਾ ਪੈਦਾ ਹੁੰਦੀ ਆ। ਠੀਕ ਹੈ। ਬਾਅਦ ਵਿੱਚ ਜਨਮੇਜਯ ਆਪਣੇ ਮਨ ਨਾਲ ਹੀ ਗੱਲਾਂ ਕਰਨ ਲੱਗ ਪੈਂਦਾ ਵਾ, ਆਂਤਰਿਕ ਮਨ ਬਚਨੀ ਕਰਦਾ ਵਾ। ਜਨਮੇਜਯ ਕੀ ਕਹਿੰਦਾ ਵਾ? ਆਰੀਆ ਵੀਰ ਇਹ ਸੋਚਦੇ ਹੋਣ ਕਿ ਮੈਂ ਪੂਰਨ ਆਰੀਆ ਨਹੀਂ, ਮੇਰੀਆਂ ਰਗਾਂ ਵਿੱਚ ਨਾਗ ਖੂਨ ਹੈ। ਇਹ ਕੀ ਹੈ? ਜਨਮੇਜਯ ਆਪਣੇ ਨਾਲ ਹੀ ਗੱਲਾਂ ਕਰਦਾ ਵਾ ਕਿ ਉਹ ਪੂਰਨ ਆਰੀਆ ਨਹੀਂ ਆ, ਕਿਉਂਕਿ ਉਹਦੀ ਰਗਾਂ ਵਿੱਚ ਨਾਗ ਖੂਨ ਵੀ ਵਹਿ ਰਿਹਾ ਵਾ। ਕਿਉਂ ਵਹਿ ਰਿਹਾ ਵਾ? ਕਿਉਂਕਿ ਉਹਦੀ ਮਾਤਾ ਜਿਹੜੀ ਨਿਮਲ ਆ ਉਹ ਕੌਣ ਆ? ਉਹ ਨਾਗ ਕੰਨਿਆ ਸੀ। ਪਿਤਾ ਜਿਹੜਾ ਉਹਦਾ ਪਰਿਕਰਸ਼ਿਤ ਸੀ, ਕੌਣ ਸੀ ਉਹ ਸੀ ਆਰੀਆ ਰਾਜਾ ਸੀ। ਨਾਗ ਤੇ ਆਰੀਆਂ ਦਾ ਸਾਂਝਾ ਖੂਨ ਕੌਣ ਸੀ? ਜਨਮੇਜਯ। ਜਨਮੇਜਯ ਦੀ ਰਗਾਂ ਵਿੱਚ ਨਾਗ ਤੇ ਆਰੀਆ ਲੋਕਾਂ ਦਾ ਖੂਨ ਸੀ। ਠੀਕ ਹੈ। ਉਹ ਇਹ ਸੋਚਦਾ ਵਾ ਕਿ ਉਹ ਸਮਝਦੇ ਕਿ ਇਹ ਪੂਰਨ ਆਰੀਆ ਨਹੀਂ ਆ। ਉਹਦੇ ਵਿੱਚ ਹੀਨ ਭਾਵਨਾ ਆ ਜਾਂਦੀ ਹੈ ਜਨਮੇਜਯ ਦੇ ਵਿੱਚ। ਠੀਕ ਹੈ। ਇਹ ਸਾਰੀਆਂ ਗੱਲਾਂ ਜਨਮੇਜਯ ਦੀ ਪਤਨੀ ਜਿਹੜੀ ਕਸ਼ਿਜੇ ਸੁਣ ਲੈਂਦੀ ਆ। ਜਨਮੇਜਯ ਕਹਿੰਦਾ ਕਿ ਤੂੰ ਮੇਰੀਆਂ ਗੱਲਾਂ ਕਿਉਂ ਸੁਣ ਰਹੀ ਆ ਚੋਰੀ ਚੋਰੀ? ਕਸ਼ਿਜੇ ਕਹਿੰਦੀ ਆ ਕਿ ਮੈਂ ਤੇਰੀ ਧਰਮ ਪਤਨੀ ਆ, ਤੇਰੀ ਅਰਧਾਂਗਨੀ ਆ, ਮੈਂ ਸੁਣ ਸਕਦੀ ਆ। ਫਿਰ ਉਹਨਾਂ ਦੇ ਵਿੱਚ ਲੜਾਈ ਹੁੰਦੀ ਹੈ। ਜਨਮੇਜਯ ਤੇ ਕਸ਼ਿਜੇ ਵਿੱਚ ਲੜਾਈ ਹੁੰਦੀ ਆ। ਇਹ ਦੋਨੋਂ ਪਤੀ ਪਤਨੀ ਆ, ਇਹਨਾਂ ਵਿੱਚ ਲੜਾਈ ਹੁੰਦੀ ਆ। ਲੜਾਈ ਇਥੋਂ ਤੱਕ ਆ ਜਾਂਦੀ ਕਿ ਜਨਮੇਜਯ ਕਹਿੰਦਾ ਮੈਂ ਤੈਨੂੰ ਕਿਤੇ ਕਟਾਰ ਨਾ ਮਾਰ ਨਾ ਦਵਾਂ, ਤੂੰ ਮੇਰੇ ਲਾਗੋਂ ਦੂਰ ਹੋ ਜਾ। ਕਸ਼ਿਜੇ ਕਹਿੰਦੀ ਆ ਜੇ ਤੂੰ ਤਲਵਾਰ ਉਠਾਉਣੀ ਆ, ਕਟਾਰ ਉਠਾਉਣੀ ਆ ਤੇ ਆਪਣੀ ਮਾਂ ਉੱਤੇ ਉਠਾ, ਨਿਮਲ ਉੱਤੇ ਉਠਾ, ਜਿਹੜੀ ਕਿ ਆਰੀਆ ਲੋਕਾਂ ਵਿੱਚ ਰਹਿ ਕੇ ਨਾਗ ਪੂਜਾ ਕਰ ਰਹੀ ਆ, ਆਪਣੇ ਕਮਰੇ ਵਿੱਚ ਨਾਗ ਪੂਜਾ ਕਰ ਰਹੀ ਆ। ਠੀਕ ਹੈ। ਉਹ ਵੀ ਜਨਮੇਜਯ ਨੂੰ ਭੜਕਾ ਰਹੀ ਹੈ ਇੱਕ ਹਿਸਾਬ ਦੀ। ਫਿਰ ਜਨਮੇਜਯ ਵਿੱਚ ਇੰਨਾ ਗੁੱਸਾ ਆ ਜਾਂਦਾ ਕਿ ਉਹ ਨੰਗੀ ਤਲਵਾਰ ਲੈ ਕੇ ਆਪਣੀ ਮਾਂ ਨੂੰ ਵੱਢਣ ਨੂੰ ਆ ਜਾਂਦਾ ਹੈ। ਠੀਕ ਹੈ। ਜਦੋਂ ਜਨਮੇਜਯ ਆਪਣੀ ਮਾਂ ਕੋਲ ਆਉਂਦਾ ਤੇ ਨਿਮਲ ਕੀ ਕਹਿੰਦੀ ਆ? ਪੁੱਤ ਤੂੰ ਇਸ ਵੇਲੇ? ਜਨਮੇਜਯ ਕਹਿੰਦਾ ਵਾ ਮਾਂ ਮੈਨੂੰ ਭੈੜਾ ਸੁਪਨਾ ਆਇਆ ਸੀ, ਮੈਂ ਤਾਂ ਇੱਧਰ ਆਇਆ ਵਾਂ। ਮਾਂ ਉਹਨੂੰ ਪਿਆਰ ਕਰਦੀ ਆ। ਠੀਕ ਹੈ। ਜਨਮੇਜਯ ਨੂੰ ਆਪਣੇ ਪੁੱਤਰ ਨੂੰ ਪਿਆਰ ਕਰਦੀ ਆ। ਬਾਅਦ ਵਿੱਚ ਨਿਮਲ ਕਹਿੰਦੀ ਆ ਤੂੰ ਸ਼ੇਰ ਪੁੱਤੇ ਬੇਟਾ, ਤੂੰ ਮੇਰਾ ਸ਼ੇਰ ਪੁੱਤਰ ਆ, ਤੂੰ ਆਪਣੇ ਪਿਤਾ ਵਾਂਗੂ ਮਹਾਨ ਬਣ। ਤੇ ਜਨਮੇਜਯ ਕਹਿੰਦਾ ਵਾ ਸੱਚੀ ਮੇਰੇ ਪਿਤਾ ਮਹਾਨ ਸੀ? ਨਿਮਲ ਕੀ ਕਹਿੰਦੀ ਆ? ਦਿਲ ਛੋਟਾ ਨਹੀਂ ਕਰੀਦਾ ਪੁੱਤਰ, ਮੈਂ ਤੇ ਤੈਨੂੰ ਵੇਖ ਵੇਖ ਜੀਂਦੀ ਆ। ਤੂੰ 2-4 ਦਿਨ ਇੱਧਰ ਨਹੀਂ ਆਉਂਦਾ ਤਾਂ ਮੇਰੇ ਦਿਲ 'ਚ ਹੌਲ ਪੈਣ ਲੱਗ ਪੈਂਦੇ ਹਨ। ਠੀਕ ਹੈ। ਇਹ ਸਾਰੀਆਂ ਗੱਲਾਂ ਸੁਣ ਕੇ ਜਨਮੇਜਯ ਭਾਵਨਾ ਵਿੱਚ ਆ ਜਾਂਦਾ ਵਾ ਤੇ ਜਨਮੇਜਯ ਆਪਣੀ ਮਾਂ ਨੂੰ ਮਾਰਨ ਦਾ ਇਰਾਦਾ ਬਦਲ ਲੈਂਦਾ ਵਾ। ਨਿਮਲ ਕਹਿੰਦੀ ਆ ਕਿ ਤੂੰ ਆਪਣੇ ਪਿਤਾ ਦੇ ਰਾਹਾਂ ਉੱਤੇ ਤੁਰ, ਜਿਵੇਂ ਕਿ ਉਹਦੇ ਪਿਤਾ ਨੇ ਸ਼ਾਂਤੀ ਦਾ ਰਾਹ ਅਪਣਾਇਆ ਸੀ। ਠੀਕ ਹੈ। ਇਹ ਸੀ ਸਾਡਾ ਦ੍ਰਿਸ਼ ਪਹਿਲਾ, ਜਿਸ ਵਿੱਚ ਜਨਮੇਜਯ ਰਾਜਗੱਦੀ ਤੇ ਬਹਿੰਦਾ ਵਾ। ਸੈਨਾਪਤੀ ਤੇ ਮੰਤਰੀ ਉਹਨੂੰ ਕਹਿੰਦੇ ਅਸੀਂ ਨਵਾਂ ਨਗਰ ਵਸਾਉਣਾ ਵਾ ਤੇ ਉਹਦੀ ਖਾਸੀਅਤ ਪੁੱਛਦਾ ਵਾ ਕੀ ਖਾਸੀਅਤ ਆ। ਮੰਤਰੀ ਤੇ ਸੈਨਾਪਤੀ ਕਹਿੰਦੇ ਮਹਾਰਾਜ ਨਾਦਾਨ ਨੇ, ਉਹਨਾਂ ਨੂੰ ਕੁਛ ਨਹੀਂ ਪਤਾ। ਜਨਮੇਜਯ ਆਂਤਰਿਕ ਮਨ ਬਚਨੀ ਕਰਦਾ ਵਾ। ਕਸ਼ਿਜੇ ਸਾਰਾ ਕੁਝ ਸੁਣ ਲੈਂਦੀ ਆ। ਫਿਰ ਉਹਨਾਂ ਵਿੱਚ ਲੜਾਈ ਹੁੰਦੀ ਆ। ਕਸ਼ਿਜੇ ਉਹਨੂੰ ਭੜਕਾਉਂਦੀ ਆ ਆਪਣੀ ਮਾਂ ਤੇ ਕਟਾਰ ਨੂੰ ਉਠਾ, ਤਲਵਾਰ ਆਪਣੀ ਮਾਂ ਉੱਤੇ ਉਠਾ। ਜਨਮੇਜਯ ਆਪਣੀ ਮਾਂ ਨੂੰ ਮਾਰਨ ਆਉਂਦਾ ਵਾ, ਪਰ ਉਹ ਆਪਣੀ ਮਾਂ ਦਾ ਪਿਆਰ ਵੇਖ ਕੇ ਆਪਣਾ ਇਰਾਦਾ ਬਦਲ ਲੈਂਦਾ ਵਾ। ਠੀਕ ਹੈ। ਇਹ ਸੀ ਸਾਡਾ ਦ੍ਰਿਸ਼ ਪਹਿਲਾ। ਦ੍ਰਿਸ਼ ਅਸੀਂ ਦੂਸਰਾ ਕਰਾਂਗੇ।
अंक 5वें दा दृश दूसरा, ਇਹਦੇ ਵਿੱਚ ब्राह्मण वे ਦਾ ਇੱਕ ਉਤੰਕ, ਠੀਕ ਹੈ, ਇਹ ਬਾਲਦੀ ਵਿੱਚ ਤੇਲ ਪਾਉਣ ਦਾ ਕੰਮ ਕਰਦਾ ਵਾ ਉਤੰਕ ਰਿਸ਼ੀ, ਠੀਕ ਹੈ। ਦੂਸਰੇ ਦ੍ਰਿਸ਼ ਵਿੱਚ ਜਨਮੇਜੇ ਤੇ ਉਤੰਕ ਦੀ ਵਾਰਤਾਲਾਪ ਵਾ। ਉਤੰਕ ਰਿਸ਼ੀ ਜਿਹੜਾ ਵਾ ਜਨਮੇਜੇ ਨੂੰ ਭੜਕਾਉਂਦਾ ਵਾ, ਉਹਦੇ ਪਿਓ ਬਾਰੇ ਦੱਸਦਾ ਕਿ ਤੇਰੇ ਪਿਓ ਨੇ ਦੋਸਤੀ ਦਾ ਹੱਥ ਵਧਾਇਆ ਸੀ ਪਰ ਅੱਗੋਂ ਉਸ ਨੂੰ ਦੁਸ਼ਮਣੀ ਮਿਲੀ। ਜਨਮੇਜੇ ਕਹਿੰਦਾ ਵਾ ਕਿ ਮੈਂ ਮਹਾਨ ਬਣਨਾ ਚਾਹੁੰਦਾ ਵਾਂ। ਉਤੰਕ ਕਹਿੰਦਾ ਵਾ ਕਿ ਜੇ ਮਹਾਨ ਬਣਨਾ ਵਾ ਤੇ ਤੈਨੂੰ ਕੋਈ ਮਹਾਨ ਕੰਮ ਕਰਨਾ ਪਵੇਗਾ, ਆਹੂਤੀ ਦੇਣੀ ਪਵੇਗੀ, ਠੀਕ ਹੈ। ਉਤੰਕ ਕੀ ਕਹਿੰਦਾ ਵਾ, ਮਹਾਨ ਕਰਮ ਦਾ ਰਸਤਾ ਬੜਾ ਔਖਾ ਹੁੰਦਾ ਹੈ ਪੁੱਤਰ, ਉਸ ਲਈ ਬਲੀ ਦੇਣੀ ਪੈਂਦੀ ਹੈ। ਰਿਸ਼ਤੇ ਨਾਤੇ ਮੋਹ ਪਿਆਰ ਨੇੜਤਾ ਮਿੱਤਰਤਾ ਛੋਟੇ ਤੇ ਬੋਣੇ ਆਦਰਸ਼ ਇਹਨਾਂ ਸਭ ਦੀ ਬਲੀ ਦੇਣੀ ਪੈਂਦੀ ਏ, ਇਹਨਾਂ ਤੋਂ ਉਤਾਂ ਉੱਠਣਾ ਪੈਂਦਾ ਹੈ। ਮਹਾਨ ਕਰਮ ਪ੍ਰੀਖਿਆ ਹੁੰਦਾ ਹੈ, ਉਹ ਆਹੂਤੀ ਮੰਗਦਾ ਹੈ। ਉਤੰਕ ਉਹਨੂੰ ਕਹਿੰਦਾ ਕਿ ਤੂੰ ਆਹੂਤੀਆਂ ਦੇ। ਜਨਮੇਜੇ ਮੰਨ ਜਾਂਦਾ ਕਿ ਹਾਂ ਮੈਂ ਮਹਾਨ ਬਣਾਂਗਾ, ਮੈਂ ਆਹੂਤੀ ਦਵਾਂਗਾ। ਹਾਂਜੀ, ਦੂਸਰੇ ਦ੍ਰਿਸ਼ ਵਿੱਚ ਕੀ ਸੀ, ਉਤੰਕ ਤੇ ਜਨਮੇਜੇ ਦੀ ਵਾਰਤਾਲਾਪ ਹੁੰਦੀ ਆ। ਉਤੰਕ ਉਹਨੂੰ ਭੜਕਾਉਂਦਾ ਵਾ ਜਨਮੇਜੇ ਨੂੰ ਕਿ ਤੂੰ ਕੋਈ ਉੱਚਾ ਕਰਮ ਕਰ, ਆਹੂਤੀ ਦੇ, ਬਲੀ ਦੇ, ਠੀਕ ਹੈ। ਜਨਮੇਜੇ ਮੰਨ ਜਾਂਦਾ ਵਾ ਕਿ ਮੈਂ ਮਹਾਨ ਬਣਾਂਗਾ, ਮੈਂ ਆਹੂਤੀ ਦਵਾਂਗਾ, ਮੈਂ ਬਲੀ ਦਵਾਂਗਾ। ਤੀਸਰੇ ਦ੍ਰਿਸ਼ ਵਿੱਚ ਸੈਨਿਕ ਆਉਂਦੇ ਨੇ, ਠੀਕ ਹੈ। ਕੀ ਕਹਿੰਦੇ ਨੇ, ਮਹਾਰਾਜ ਨਾਗ ਲੋਕਾਂ ਨੇ ਸਾਡੇ ਸੈਨਿਕਾਂ ਤੇ ਹਮਲਾ ਕੀਤਾ ਹੈ ਤੇ ਉਹਨਾਂ ਨੂੰ ਲੁੱਟਿਆ ਹੈ। 4 ਆਰੀਆ ਵੀਰ ਮਾਰੇ ਗਏ ਹਨ ਤੇ 20 ਫੱਟਰ ਹੋ ਗਏ ਹਨ, ਠੀਕ ਹੈ। ਕੀ ਕਹਿੰਦਾ ਵਾ ਕਿ ਨਾਗ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਵਾ, ਕਈ ਸੈਨਿਕ ਮਾਰੇ ਗਏ ਨੇ, ਕਈ ਫੱਟਰ ਹੋ ਗਏ ਨੇ ਤੇ ਕਈ ਲੁੱਟੇ ਗਏ ਨੇ, ਠੀਕ ਹੈ। ਇਹ ਸਭ ਸੁਣ ਕੇ ਜਨਮੇਜੇ ਨੂੰ ਗੁੱਸਾ ਆ ਜਾਂਦਾ ਵਾ ਤੇ ਉਹ ਕਹਿੰਦਾ ਕਿ ਮੈਂ ਉਹਨਾਂ ਨਾਲ ਯੁੱਧ ਲੜਾਂਗਾ, ਨਾਗ ਲੋਕਾਂ ਨਾਲ ਯੁੱਧ ਕਰਾਂਗਾ। ਮਹਾਮੰਤਰੀ ਨੂੰ ਸਮਝਾਉਂਦੇ ਨੇ ਗਾੜੀ ਜਨਮੇਜਿਆਂ ਨੂੰ। ਮਹਾਮੰਤਰੀ ਕੀ ਕਹਿੰਦੇ ਨੇ, ਹੌਲੀ ਹੌਲੀ ਮਿੱਤਰਤਾ ਵੱਧ ਸਕਦੀ ਹੈ। ਪਰ ਵੀਰ ਤਕਸ਼ਕ ਨੂੰ ਇਹ ਪਸੰਦ ਨਹੀਂ ਸੀ, ਉਸਨੇ ਮਹਾਰਾਜਾ ਪਰਿਕਰਸ਼ਿਤ ਦਾ ਵੱਧ ਕਰ ਦਿੱਤਾ, ਮਤਲਬ ਕਿ ਮਾਰ ਦਿੱਤਾ। ਮਹਾਰਾਜਾ ਪਰਿਕਰਸ਼ਿਤ ਨੂੰ ਮਾਰ ਦਿੱਤਾ। ਤਕਸ਼ਕ ਸਮਰਾਟ ਦਾ ਬਣਾਇਆ ਮਿੱਤਰਤਾ ਦਾ ਪੁਲ ਤੋੜਨਾ ਚਾਹੁੰਦਾ ਸੀ ਪਰ ਅਸੀਂ ਇਸ ਨੂੰ ਬਚਾ ਕੇ ਰੱਖਿਆ। ਕੱਲੇ ਬੰਦੇ ਦੇ ਪਾਗਲਪਨ ਕਰਕੇ ਅਸੀਂ ਦੋ ਸਮਾਜਾਂ ਵਿਚਲੀ ਮਿੱਤਰਤਾ ਦੀ ਕਰੂੰਬਲ ਨੂੰ ਮਸਲਣਾ ਨਹੀਂ ਸਾਂ ਚਾਹੁੰਦੇ ਤੇ ਅੱਜ 20 ਵਰੇ ਹੋਣ ਲੱਗੇ ਨੇ, ਸਾਡੇ ਵਿੱਚ ਕੋਈ ਵੱਡੀ ਲੜਾਈ ਨਹੀਂ ਹੋਈ ਤੇ ਅਸੀਂ ਕੁਝ ਕਦਮ ਹੋਰ ਤੁਰੀਏ ਤਾਂ ਮਿੱਤਰਤਾ ਵੱਲ ਵੱਧ ਸਕਦੇ ਹਾਂ। ਇਹ ਕੌਣ ਕਹਿੰਦਾ ਵਾ, ਮਹਾਮੰਤਰੀ ਕਹਿੰਦਾ ਵਾ ਕਿ ਤਕਸ਼ਕ ਨੇ ਇਹ ਸਭ ਕੁਝ ਕੀਤਾ ਸੀ, ਉਹਦੇ ਕੱਲੇ ਪਾਗਲਪਨ ਕਰਕੇ ਇਹ ਸਭ ਕੁਝ ਹੋਇਆ ਸੀ, ਉਸਨੇ ਮਹਾਰਾਜਾ ਪਰਿਕਰਸ਼ਿਤ ਨੂੰ ਮਾਰ ਦਿੱਤਾ ਸੀ। ਪਰ ਹੁਣ 20 ਸਾਲ ਹੋ ਚੁੱਕੇ ਨੇ, ਕੋਈ ਸਾਡੇ ਵਿੱਚ ਵੱਡੀ ਲੜਾਈ ਨਹੀਂ ਹੋਈ। ਜੇ ਅਸੀਂ 2 ਕਦਮ ਵੀ ਤੁਰੀਏ ਨਾ ਪਿਆਰ ਨਾਲ ਤੇ ਸਾਡੇ ਵਿੱਚ ਮਿੱਤਰਤਾ ਹੋ ਸਕਦੀ ਆ, ਮਤਲਬ ਕਿ ਨਾਗ ਲੋਕਾਂ ਤੇ ਆਰੀਆ ਲੋਕਾਂ ਵਿੱਚ ਮਿੱਤਰਤਾ ਹੋ ਸਕਦੀ ਆ। ਪਰ ਜਨਮੇਜੇ ਕਹਿੰਦਾ ਕਿ ਨਹੀਂ, ਬਿਲਕੁਲ ਨਹੀਂ, ਇਹ ਕਦੀ ਨਹੀਂ ਹੋ ਸਕਦਾ। ਮੈਂ ਮਹਾਮੰਤਰੀ ਨਾਲ ਸਹਿਮਤ ਨਹੀਂ। ਆਰੀਆ ਤੇ ਨਾਗ ਲੋਕਾਂ ਵਿੱਚ ਕਦੇ ਮਿੱਤਰਤਾ ਨਹੀਂ ਹੋ ਸਕਦੀ। ਜੇ ਆਰੀਆ ਲੋਕਾਂ ਨੇ ਸ਼ਾਂਤੀ ਨਾਲ ਵਸਣਾ ਹੈ ਤੇ ਸਾਨੂੰ ਨਾਗ ਲੋਕਾਂ ਦਾ ਖੁਰਾ ਖੋਚ ਮਿਟਾਉਣਾ ਪਵੇਗਾ ਤੇ ਉਹ ਵੇਲਾ ਹੁਣ ਆ ਗਿਆ ਹੈ। ਜਨਮੇਜੇ ਨੇ ਪੱਕਾ ਇਰਾਦਾ ਕਰ ਲਿਆ ਵਾ ਕਿ ਉਹ ਯੁੱਧ ਲੜੇਗਾ, ਨਾਗ ਲੋਕਾਂ ਦੇ ਖਿਲਾਫ ਲੜੇਗਾ। ਜਨਮੇਜੇ ਕੀ ਕਹਿੰਦਾ ਵਾ ਕਿ ਅਸੀਂ ਸਾਰੇ ਨਾਗਾਂ ਦੇ ਵਿਰੁੱਧ ਅੰਤਿਮ ਤੇ ਨਿਰਣਾਇਕ ਯੁੱਧ ਲੜਾਂਗੇ ਤੇ ਇਸ ਸੰਸਾਰ ਤੋਂ ਨਾਗਾਂ ਦਾ ਖੁਰਾ ਖੋਚ ਮਿਟਾ ਦੇਵਾਂਗੇ। ਜੋ ਇਸ ਯੁੱਧ ਵਿੱਚ ਸਾਡਾ ਸਾਥ ਨਹੀਂ ਦੇਵੇਗਾ ਉਹ ਦੇਸ਼ ਧਰੋਹੀ ਹੋਵੇਗਾ। ਕੀ ਕਹਿੰਦਾ, ਜਿਹੜਾ ਇਸ ਯੁੱਧ ਵਿੱਚ ਸਾਡਾ ਸਾਥ ਨਹੀਂ ਦੇਵੇਗਾ ਉਹ ਦੇਸ਼ ਧਰੋਹੀ ਹੋਵੇਗਾ, ਠੀਕ ਹੈ। ਇਹ ਸੀ ਸਾਡਾ ਦ੍ਰਿਸ਼ ਤੀਸਰਾ, ਜਿਸ ਵਿੱਚ ਨਾਗ ਲੋਕਾਂ ਨੇ ਆਰੀਆ ਲੋਕਾਂ ਨੂੰ ਮਾਰ ਦਿੱਤਾ ਵਾ। ਜਨਮੇਜੇ ਨਾਗ ਲੋਕਾਂ ਨੂੰ ਮਟਾਉਣਾ ਚਾਹੁੰਦਾ ਵਾ, ਠੀਕ ਹੈ, ਉਹਨਾਂ ਨਾਲ ਯੁੱਧ ਕਰਨਾ ਚਾਹੁੰਦਾ ਵਾ। ਮਹਾਮੰਤਰੀ ਸਮਝਾਉਂਦਾ ਵਾ ਪਰ ਜਨਮੇਜੇ ਨਹੀਂ ਮੰਨਦਾ, ਠੀਕ ਹੈ। ਚੌਥੇ ਦ੍ਰਿਸ਼ ਵਿੱਚ ਨਿਮਲ ਤੇ ਜਨਮੇਜੇ ਦੀ ਵਾਰਤਾਲਾਪ ਆ, ਮਾਂ ਤੇ ਪੁੱਤਰ ਦੀ ਵਾਰਤਾਲਾਪ ਆ। ਨਿਮਲ ਜਨਮੇਜੇ ਨੂੰ ਸਮਝਾਉਂਦੀ ਆ ਕਿ ਤੂੰ ਇਹ ਯੁੱਧ ਨਾ ਕਰ ਕਿਉਂਕਿ ਉਹ ਵੀ ਤੇਰੇ ਭੈਣ ਭਰਾ ਨੇ, ਠੀਕ ਹੈ। ਪਰ ਜਨਮੇਜੇ ਨਹੀਂ ਮੰਨਦਾ। ਹਾਂਜੀ ਦੇਖੋ ਜਨਮੇਜੇ ਕੀ ਕਹਿੰਦਾ ਵਾ, ਯੁੱਧ ਹੁੰਦਾ ਆਇਆ ਹਮੇਸ਼ਾ ਰਿਸ਼ਤੇਦਾਰਾਂ ਨਾਤੇਦਾਰਾਂ ਨਾਲ, ਸਾਡੇ ਪੁਰਖਿਆਂ ਵੀ ਲੜੇ ਯੁੱਧ ਭਰਾਵਾਂ ਦੇ ਨਾਲ, ਇਹ ਨਾ ਅਣਹੋਣੀ ਕੋਈ, ਠੀਕ ਹੈ। ਕਹਿੰਦਾ ਕਿ ਸਾਡੇ ਰਿਸ਼ਤੇਦਾਰਾਂ ਤੇ ਨਾਤੇਦਾਰਾਂ ਨਾਲ ਵੀ ਆਪਾਂ ਯੁੱਧ ਲੜੇ ਨੇ, ਇਹ ਕੋਈ ਅਣਹੋਣੀ ਨਹੀਂ ਆ। ਨਿਮਲ ਕੀ ਕਹਿੰਦੀ ਆ, ਯੁੱਧ ਹਮੇਸ਼ਾ ਅਣਹੋਣੀ ਹੁੰਦਾ, ਪੁੱਤਰ ਭਰਾ ਭਤੀਜੇ ਬਲੀ ਸਭ ਦੀ ਲੈਂਦਾ, ਪਿੱਛੇ ਰਹਿ ਜਾਂਦਾ ਰੋਣਾ ਧੋਣਾ, ਜੀਵਨ ਦਾ ਢਾਉਣਾ, ਰਹਿ ਜਾਂਦੀ ਨਾ ਆਸ ਜੀਣ ਦੀ, ਠੀਕ ਹੈ। ਇਹ ਨਿਮਲ ਦੱਸਣ ਦੀ ਹੈ ਕਿਉਂਕਿ ਉਹਦਾ ਜਵਾਨੀ 'ਚ ਹੀ ਉਹਦਾ ਘਰ ਵਾਲਾ ਮਰ ਜਾਂਦਾ ਵਾ, ਪਰਿਕਰਸ਼ਿਤ ਮਰ ਜਾਂਦਾ ਵਾ, ਜੋ ਕਿ ਜਨਮੇਜੇ ਦਾ ਪਿਤਾ ਸੀ, ਠੀਕ ਹੈ। ਤੇ ਉਹਦੇ ਵੀ ਪੱਲੇ ਰੋਣਾ ਧੋਣਾ ਰਹਿ ਗਿਆ ਵਾ ਨਿਮਲ ਦੇ ਪੱਲੇ। ਨਿਮਲ ਕਹਿੰਦੀ ਆ, ਕੀ ਕਹਿ ਕੇ ਚਲਾ ਗਿਆ, ਸੁਣੀ ਨਹੀਂ ਗੱਲ ਮੇਰੀ ਮੇਰੇ ਪੁੱਤਰ ਨੇ, ਕਿਹਾ ਯੁੱਧ ਇਹ, ਇੱਕ ਪਾਸੇ ਪੁੱਤਰ ਦੂਜੇ ਪਾਸੇ ਮਾਂ ਪਿਓ ਜਾਏ, ਕਿਹੀ ਹੋਣੀ ਇਹ,
क्यों हो रही किधर ले जाए, वहना फिर मेरी कुल दा खून, आंदर मेरी कुरलाए। ਨਿਮਲ ਕਹਿੰਦੀ ਕਿ ਮੇਰੀ ਕੁਲ ਦਾ ਹੀ ਖੂਨ ਵਹਿਣਾ ਵਾ ਜਿਨ੍ਹਾਂ ਦੀ ਮੈਂ ਜਾਈ ਆ। ਨਿਮਲ ਦੇ ਲਈ ਨਾਗ ਤੇ ਆਰੀਆ ਲੋਕ ਇੱਕੋ ਆ, ਉਹ ਵੀ ਉਹਦੇ ਰਿਸ਼ਤੇਦਾਰ ਨੇ ਤੇ ਉਹ ਵੀ ਉਹਦੇ ਰਿਸ਼ਤੇਦਾਰ ਨੇ, ਮਤਲਬ ਕਿ ਸਕੇ ਮਾਂ ਪਿਓ ਤੇ ਪਤੀ ਦੇ ਘਰ ਵਾਲੇ ਨੇ। ਹਾਂਜੀ, ਚੌਥੇ ਦ੍ਰਿਸ਼ ਵਿੱਚ ਨਿਮਲ ਤੇ ਉਸਦੇ ਪੁੱਤਰ ਜਨਮੇਜੇ ਦੀ ਵਾਰਤਾਲਾਪ ਹੁੰਦੀ ਆ। ਮਾਂ ਉਸਨੂੰ ਸਮਝਾਉਂਦੀ ਕਿ ਯੁੱਧ ਨਾ ਕਰ, ਪਰ ਜਨਮੇਜੇ ਨਹੀਂ ਮੰਨਦਾ। ਠੀਕ ਹੈ। ਹਾਂਜੀ, ਅੱਜ ਅਸੀਂ ਕੀਤਾ ਸੀ ਅੰਕ 5ਵਾਂ, ਜਿਹਦੇ ਵਿੱਚ ਅਸੀਂ 4 ਦ੍ਰਿਸ਼ ਦੇਖੇ ਨੇ। ਪਹਿਲੇ ਦ੍ਰਿਸ਼ ਚ ਕੀ ਹੁੰਦਾ ਵਾ, ਜਨਮੇਜੇ ਰਾਜਗੱਦੀ ਤੇ ਬਹਿੰਦਾ ਵਾ ਤੇ ਮਹਾਮੰਤਰੀ ਤੇ ਸੈਨਿਕ ਕਹਿੰਦੇ ਅਸੀਂ ਨਵਾਂ ਨਗਰ ਵਸਾਉਣਾ ਵਾ, ਤੇ ਪਰ ਮੰਤਰੀ ਤੇ ਮਹਾਮੰਤਰੀ ਸਮਝਦੇ ਕਿ ਮਹਾਰਾਜ ਅਜੇ ਨਦਾਨ ਨੇ, ਉਹਨਾਂ ਨੂੰ ਕੁਝ ਨਹੀਂ ਪਤਾ। ਜਨਮੇਜੇ ਆਪਣੇ ਆਪ ਨੂੰ ਹੀਨ ਭਾਵਨਾ ਸਮਝਦਾ ਵਾ। ਜਨਮੇਜੇ 'ਚ ਹੀਨ ਭਾਵਨਾ ਆ ਜਾਂਦੀ ਹੈ ਕਿ ਸਾਰੇ ਮੈਨੂੰ ਨਦਾਨ ਸਮਝਦੇ ਨੇ, ਭੋਲਾ ਸਮਝਦੇ ਨੇ। ਠੀਕ ਹੈ। ਦੂਸਰੇ ਦ੍ਰਿਸ਼ ਵਿੱਚ ਬ੍ਰਹਮਣ ਵੇਦ ਜਿਹੜਾ ਉਤੰਕਾ ਜਨਮੇਜੇ ਨੂੰ ਭੜਕਾਉਂਦਾ ਵਾ ਕਿ ਤੂੰ ਯੁੱਧ ਕਰ। ਠੀਕ ਹੈ। ਇਹ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਦਾ ਵਾ। ਤੀਸਰੇ ਦ੍ਰਿਸ਼ ਵਿੱਚ ਸੈਨਿਕ ਆਉਂਦੇ ਨੇ, ਉਹ ਕਹਿੰਦੇ ਕਿ ਨਾਗਾਂ ਨੇ ਸਾਡੇ ਬਹੁਤ ਸਾਰੇ ਆਰੀਆ ਲੋਕ ਮਾਰ ਦਿੱਤੇ ਨੇ। ਜਨਮੇਜੇ ਕਹਿੰਦਾ ਕਿ ਮੈਂ ਇਸ ਦਾ ਬਦਲਾ ਲਵਾਂਗਾ। ਮਹਾਮੰਤਰੀ ਨੂੰ ਸਮਝਾਉਂਦੇ ਨੇ ਪਰ ਉਹ ਨਹੀਂ ਮੰਨਦਾ। ਚੌਥੇ ਦ੍ਰਿਸ਼ ਵਿੱਚ ਨਿਮਲ ਤੇ ਜਨਮੇਜੇ ਦੀ ਵਾਰਤਾਲਾਪ ਹੁੰਦੀ ਆ। ਨਿਮਲ ਨੂੰ ਪਤਾ ਲੱਗ ਜਾਂਦਾ ਕਿ ਜਨਮੇਜੇ ਲੜਨਾ ਚਾਹੁੰਦਾ ਵਾ, ਪਰ ਨਿਮਲ ਕਹਿੰਦੀ ਹੈ ਕਿ ਉਹ ਤੇਰੇ ਰਿਸ਼ਤੇਦਾਰ ਨੇ, ਤੂੰ ਨਾ ਲੜ, ਨਾ ਯੁੱਧ ਕਰ, ਪਰ ਜਨਮੇਜੇ ਨਹੀਂ ਮੰਨਦਾ। ਠੀਕ ਹੈ। ਇਹ ਸੀ ਅੰਕ 5ਵੇਂ ਦੇ 4 ਦ੍ਰਿਸ਼। ਕੱਲ ਅਸੀਂ ਕਰਾਂਗੇ ਅੰਕ 6ਵਾਂ। ਅੱਜ ਅਸੀਂ ਅੰਕ 6ਵਾਂ ਨਹੀਂ ਕਰ ਰਹੇ ਕਿਉਂਕਿ ਇਹਦੇ 7 ਦ੍ਰਿਸ਼ ਨੇ। ਇਹ ਕਾਫੀ ਲੰਬੀ ਵੀਡੀਓ ਹੋ ਜਾਵੇਗੀ, ਇਸ ਲਈ ਅਸੀਂ ਕੱਲ ਅੰਕ 6ਵਾਂ ਕਰਾਂਗੇ। ਜਿਨ੍ਹਾਂ ਨੇ ਸਾਡੀਆਂ ਪਹਿਲੀਆਂ ਵੀਡੀਓ ਨਹੀਂ ਦੇਖੀਆਂ ਉਹ ਦੇਖ ਲੈਣ। ਇਹ ਨਾਟਕ ਤੁਹਾਡੇ MA ਪੰਜਾਬੀ ਦੇ 3rd ਸਮੈਸਟਰ 'ਚ ਲੱਗਾ ਹੋਇਆ ਹੈ।